ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀਆਂ ਦਾ ਖੁੱਲ੍ਹਾ ਰਾਹ, ਹੁਣ ਮਿਲ ਰਹੀਆਂ ਨੇ ਵੱਧ ਨੌਕਰੀਆਂ। ਪੰਜਾਬਣ ਨਾਲ ਵੱਡਾ ਧੋਖਾ, ਛੱਡਣਾ ਪਵੇਗਾ ਕੈਨੇਡਾ, ਜਾਅਲੀ ਐਡਮਿਸ਼ਨ ਲੈਟਰ ਦੇਣ ਦਾ ਹੈ ਮਾਮਲਾ। ਸੜਕ ਹਾਦਸੇ ਕਾਰਨ ਗਈਆਂ 300 ਤੋਂ ਵੱਧ ਜਾਨਾਂ, ਪਹਿਲਾਂ ਦੇ ਮੁਕਾਬਲੇ ਵੱਧ ਰਹੇ ਨੇ ਸੜਕ ਹਾਦਸੇ। ਟਰੂਡੋ ਦਾ ਹੈਲਥ ਕੇਅਰ ਪ੍ਰਸਤਾਵ ਹੋਇਆ ਮਨਜ਼ੂਰ, 46.2 ਬਿਲੀਅਨ ਦੇ ਵਾਧੂ ਫੰਡ ਦੇਵੇਗੀ ਫੈਡਰਲ ਸਰਕਾਰ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਕਾਫੀ ਨੌਕਰੀਆਂ ਮਿਲ ਰਹੀਆਂ ਨੇ। ਨੌਕਰੀਆਂ ਦੇ ਬਾਰੇ ਉਹਨਾਂ ਲਈ ਇੱਕ ਚੰਗੀ ਖਬਰ ਸਾਹਮਣੇ ਆਈ। ਕੁਝ ਅੰਕੜੇ ਜਾਰੀ ਕੀਤੇ ਗਏ ਜਿਨ੍ਹਾਂ ਤੋਂ ਪਤਾ ਚੱਲਿਆ ਕਿ ਮੌਜੂਦਾ ਸਮੇਂ ਕੈਨੇਡਾ ਵਿੱਚ ਜਿਹੜੇ ਸਟੱਡੀ ਪਰਮਿਟ ਵਾਲੇ ਜਾਂ ਫਿਰ ਵਰਕ ਪਰਮਿਟ ਵਾਲੇ ਨੇ ਉਹਨਾਂ ਨੂੰ ਜ਼ਿਆਦਾ ਨੌਕਰੀਆਂ ਮਿਲ ਰਹੀਆਂ ਨੇ। IRCC ਵੱਲੋਂ ਵਿਦਿਆਰਥੀਆਂ ਦੇ ਉੱਪਰ ਜੋ ਲੱਗੀ ਸ਼ਰਤ ਸੀ ਉਸ ਨੂੰ ਖਤਮ ਕੀਤਾ ਗਿਆ। ਉਸ ਤੋਂ ਬਾਅਦ ਇਹਨਾਂ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਸਾਹਮਣੇ ਆਈ ਹੈ। ਮੌਜੂਦਾ ਸਮੇਂ ਜਿਹੜੇ ਕੈਨੇਡਾ ਵਿੱਚ ਵਰਕ ਅਤੇ ਸਟੱਡੀ ਪਰਮਿਟ ਤੇ ਗਏ ਹੋਏ ਨੇ ਉਹਨਾਂ ਨੂੰ ਜ਼ਿਆਦਾ ਨੌਕਰੀਆਂ ਮਿਲ ਰਹੀਆਂ ਨੇ। ਨੌਕਰੀਆਂ ਬਾਰੇ ਜੋ ਅੰਕੜਾ ਸਾਂਝਾ ਕੀਤਾ ਗਿਆ ਉਸ ਤੋਂ ਇਸ ਬਾਰੇ ਖੁਲਾਸਾ ਹੋਇਆ। ਜੀ ਹਾਂ, ਜਨਵਰੀ ਮਹੀਨੇ ਦੇ ਅੰਕੜੇ ਦੱਸਦੇ ਨੇ ਕਿ ਆਰਥਿਕਤਾ ਵਿੱਚ 1,50,000 ਦੇ ਕਰੀਬ ਨਵੀਆਂ ਨੌਕਰੀਆਂ ਸ਼ਾਮਿਲ ਕੀਤੀਆਂ ਗਈਆਂ ਨੇ। ਅਜਿਹਾ ਵਾਧਾ ਕਾਫੀ ਲੰਬੇ ਸਮੇਂ ਤੋਂ ਬਾਅਦ ਦੇਖਣ ਨੂੰ ਮਿਲਿਆ। ਜ਼ਿਆਦਾਤਰ 25 ਤੋਂ 54 ਸਾਲ ਦੀ ਉਮਰ ਵਾਲਿਆਂ ਨੂੰ ਨੌਕਰੀ ਮਿਲ ਰਹੀ ਹੈ ਤੇ ਇਹਨਾਂ ਵਿੱਚ ਉਹ ਲੋਕ ਸ਼ਾਮਿਲ ਨੇ ਜਿਨ੍ਹਾਂ ਕੋਲ ਮੌਜੂਦਾ ਸਮੇਂ ਕੈਨੇਡਾ ਵਿੱਚ ਸਟੱਡੀ ਜਾਂ ਫਿਰ ਵਰਕ ਪਰਮਿਟ ਹੈ। ਅੰਕੜਿਆਂ ਮੁਤਾਬਕ ਦੇਸ਼ ਵਿੱਚ ਬੇਰੁਜ਼ਗਾਰੀ ਦਰ ਵੀ 5% ਦੇ ਉੱਪਰ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਸਾਲ 2022 ਦੇ ਆਖਿਰ ਵਿੱਚ ਬੇਰੁਜ਼ਗਾਰੀ ਦਰ 5.96% ਦੱਸੀ ਜਾ ਰਹੀ ਸੀ। ਹੁਣ ਜੋ ਵਰਕ ਪਰਮਿਟ ਵਾਲਿਆਂ ਨੂੰ ਜਾਂ ਫਿਰ ਸਟੱਡੀ ਪਰਮਿਟ ਵਾਲਿਆਂ ਨੂੰ ਵੱਧ ਨੌਕਰੀਆਂ ਮਿਲੀਆਂ ਨੇ, ਇਸ ਦੇ ਪਿੱਛੇ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਲਾਨ ਕੀਤਾ ਗਿਆ। ਇਮੀਗ੍ਰੇਸ਼ਨ ਵਿਭਾਗ ਵੱਲੋਂ ਦੱਸਿਆ ਗਿਆ ਸੀ ਕਿ ਜਿਹੜੇ ਸਟੱਡੀ ਪਰਮਿਟ ਦੇ ਉੱਪਰ ਕੈਨੇਡਾ ਵਿੱਚ ਨੇ ਉਹਨਾਂ ਉੱਪਰ ਜੋ ਕੁਝ ਘੰਟੇ ਕੰਮ ਕਰਨ ਦੀ ਸ਼ਰਤ ਹੈ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹ ਕਦਮ ਲੇਬਰ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਚੁੱਕਿਆ ਗਿਆ, ਜਿਸ ਦੇ ਨਤੀਜੇ ਦੇਖਣ ਨੂੰ ਮਿਲੇ ਕਿ ਹੁਣ ਜ਼ਿਆਦਾ ਘੰਟਿਆਂ ਤੱਕ ਜਿਹੜੇ ਸਟੱਡੀ ਪਰਮਿਟ ਵਾਲੇ ਨੇ ਉਹ ਕੰਮ ਕਰ ਸਕਦੇ ਨੇ ਤੇ ਉਹਨਾਂ ਵਿੱਚ ਜ਼ਿਆਦਾ ਨੌਕਰੀਆਂ ਵੀ ਦਰਜ ਕੀਤੀਆਂ ਗਈਆਂ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੇ ਖੇਤਰ ਦੇ ਵਿੱਚ ਕਿੰਨੀਆਂ ਨੌਕਰੀਆਂ ਦਰਜ ਕੀਤੀਆਂ ਗਈਆਂ। ਪ੍ਰੋਫੈਸ਼ਨਲ, ਸਾਇੰਟੀਫਿਕ ਤੇ ਟੈਕਨੀਕਲ ਸਰਵਿਸਿਜ਼ ਵਿੱਚ 10,000 ਤੋਂ ਵੱਧ ਲੋਕਾਂ ਨੂੰ ਹਾਇਰ ਕੀਤਾ ਗਿਆ। ਰੀਟੇਲ ਟ੍ਰੇਡ ਵਿੱਚ 9,000 ਤੋਂ ਵੱਧ, ਅਕੋਮੋਡੇਸ਼ਨ ਤੇ ਫੂਡ ਸਰਵਿਸ ਵਿੱਚ 8,000 ਤੋਂ ਵੱਧ, ਹੈਲਥ ਕੇਅਰ ਤੇ ਸੋਸ਼ਲ ਅਸਿਸਟੈਂਸ ਵਿੱਚ 7,000 ਤੋਂ ਵੱਧ ਲੋਕਾਂ ਨੂੰ ਨੌਕਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਲ 2023 ਦੀ ਸ਼ੁਰੂਆਤ ਵਿੱਚ ਹੀ ਕਾਫੀ ਸੈਕਟਰਸ ਵਿੱਚ ਵੱਧ ਨੌਕਰੀਆਂ ਦਰਜ ਕੀਤੀਆਂ ਗਈਆਂ। ਹੋਲਸੇਲ ਐਂਡ ਰੀਟੇਲ ਟ੍ਰੇਡ ਵਿੱਚ 60,000 ਦੇ ਕਰੀਬ ਨੌਕਰੀਆਂ, ਹੈਲਥ ਕੇਅਰ ਤੇ ਸੋਸ਼ਲ ਅਸਿਸਟੈਂਸ ਵਿੱਚ 40,000 ਦੇ ਕਰੀਬ, ਐਜੂਕੇਸ਼ਨਲ ਸਰਵਿਸਿਜ਼ ਵਿੱਚ 18,000, ਕੰਸਟਰਕਸ਼ਨ 16,000 ਤੇ ਬਾਕੀ ਸਰਵਿਸਿਜ਼ ਵਿੱਚ 16,000 ਦੇ ਕਰੀਬ ਨੌਕਰੀਆਂ ਨੂੰ ਭਰਿਆ ਗਿਆ ਹੈ। ਸਭ ਤੋਂ ਵੱਧ ਨੌਕਰੀਆਂ ਓਨਟਾਰੀਓ ਸੂਬੇ ਵਿੱਚ ਦਰਜ ਕੀਤੀਆਂ ਗਈਆਂ। ਇਸ ਤੋਂ ਬਾਅਦ ਕਿਊਬੈਕ, ਐਲਬਰਟਾ, ਨੋਵਾ ਸਕੋਸ਼ੀਆ ਤੇ ਸਸਕੈਚੁਆਨ ਦਾ ਨੰਬਰ ਆਉਂਦਾ ਹੈ। ਪੰਜਾਬਣ ਨਾਲ ਧੋਖਾ ਹੋਇਆ ਜਿਸ ਕਾਰਨ ਉਸ ਨੂੰ ਕੈਨੇਡਾ ਛੱਡਣਾ ਪੈ ਸਕਦਾ ਹੈ। ਦਰਅਸਲ ਜਾਅਲੀ ਐਡਮਿਸ਼ਨ ਲੈਟਰ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੰਜਾਬਣ ਖਿਲਾਫ ਹੁਣ ਕਾਰਵਾਈ ਕੀਤੀ ਗਈ ਹੈ। ਲੜਕੀ ਦਾ ਵੀ ਪੱਖ ਸਾਹਮਣੇ ਆਇਆ। ਲੜਕੀ ਦਾ ਕਹਿਣਾ ਹੈ ਕਿ ਉਸਨੂੰ ਨਹੀਂ ਪਤਾ ਸੀ ਕਿ ਉਸਨੂੰ ਜਾਅਲੀ ਡਾਕੂਮੈਂਟ ਦਿੱਤਾ ਗਿਆ ਹੈ। ਜਦੋਂ ਉਸਨੇ PR ਲਈ ਅਪਲਾਈ ਕੀਤਾ ਤਾਂ ਉਸਨੂੰ ਇਸ ਬਾਰੇ ਪਤਾ ਚੱਲਿਆ। ਹੁਣ ਇਸ ਬਾਰੇ ਲੜਕੀ ਦਾ ਕੀ ਪੱਖ ਹੈ ਤੇ ਉਸ ਉੱਪਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ, ਪੂਰਾ ਜੋ ਇਸ ਮਾਮਲੇ ਦੇ ਨਾਲ ਜੁੜੀ ਜਾਣਕਾਰੀ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਪੰਜਾਬੀ ਮੂਲ ਦੀ ਲੜਕੀ ਨੇ ਕੈਨੇਡਾ ਵਿੱਚ ਇੱਕ ਜਾਅਲੀ ਕੰਮ ਕੀਤਾ ਜਿਸ ਤੋਂ ਬਾਅਦ ਹੁਣ ਉਸਨੂੰ ਕੈਨੇਡਾ ਛੱਡਣਾ ਪਵੇਗਾ। ਦਰਅਸਲ ਇਸ ਪੰਜਾਬੀ ਲੜਕੀ ਵੱਲੋਂ ਕਾਲਜ ਵਿੱਚ ਨਕਲੀ ਐਡਮਿਸ਼ਨ ਲੈਟਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਇਸ ਲੜਕੀ ਨੂੰ ਕੈਨੇਡਾ ਛੱਡਣਾ ਪੈ ਸਕਦਾ ਹੈ। ਇਹ ਲੜਕੀ ਐਡਮਿੰਟਨ ਦੇ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ ਜਿਸ ਨੂੰ ਕੈਨੇਡਾ ਤੋਂ ਵਾਪਸ ਜਾਣਾ ਪੈ ਸਕਦਾ ਹੈ। 25 ਸਾਲ ਦੀ ਕਮਰਜੀਤ ਕੌਰ ਨੇ ਫੈਡਰਲ ਸਰਕਾਰ ਵੱਲੋਂ ਉਸਨੂੰ ਕੈਨੇਡਾ ਤੋਂ ਬਾਹਰ ਕੀਤੇ ਜਾਣ ਦੇ ਫੈਸਲੇ ਦਾ ਜੁਡੀਸ਼ੀਅਲ ਰਿਵਿਊ ਕਰਵਾਇਆ ਸੀ, ਪਰ ਫੈਸਲਾ ਉਸਦੇ ਪੱਖ ਵਿੱਚ ਨਹੀਂ ਆਇਆ। ਦੱਸ ਦਈਏ ਕਿ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ ਨੇ ਨਕਲੀ ਐਡਮਿਸ਼ਨ ਲੈਟਰ ਦੇ ਮਾਮਲੇ ਵਿੱਚ ਕਰਮਜੀਤ ਨੂੰ ਕੈਨੇਡਾ ਤੋਂ ਵਾਪਸ ਭੇਜੇ ਜਾਣ ਦਾ ਫੈਸਲਾ ਲਿਆ ਸੀ। ਕਰਮਜੀਤ ਨੂੰ ਓਨਟਾਰੀਓ ਦੇ ਜਿਸ ਕਾਲਜ ਵਿੱਚ ਐਡਮਿਸ਼ਨ ਲੈਟਰ ਦੇ ਆਧਾਰ ਤੇ ਸਟੱਡੀ ਪਰਮਿਟ ਮਿਲਿਆ ਸੀ ਉਹ ਲੈਟਰ ਜਾਅਲੀ ਨਿਕਲਿਆ। ਕਰਮਜੀਤ ਨੇ ਇਹ ਪੱਤਰ ਇੱਕ ਪ੍ਰਾਈਵੇਟ ਇਮੀਗ੍ਰੇਸ਼ਨ ਏਜੰਟ ਦੁਆਰਾ ਹਾਸਲ ਕੀਤਾ। ਇਸ ਲੜਕੀ ਦਾ ਕਹਿਣਾ ਹੈ ਕਿ ਉਸਨੂੰ ਇਹ ਗੱਲ ਪਿਛਲੇ ਸਾਲ ਆਪਣੀ PR ਦੀ ਅਰਜ਼ੀ ਦੇਣ ਸਮੇਂ ਪਤਾ ਲੱਗੀ, ਪਰ ਇਮੀਗ੍ਰੇਸ਼ਨ ਬੋਰਡ ਦਾ ਕਹਿਣਾ ਹੈ ਕਿ ਇਸ ਗੱਲ ਦੀ ਜ਼ਿੰਮੇਵਾਰੀ ਕਰਮਜੀਤ ਦੀ ਬਣਦੀ ਸੀ ਕਿ ਉਹ ਸੁਨਿਸ਼ਚਿਤ ਕਰਦੀ ਕਿ ਉਸਦਾ ਦਾਖਲਾ ਅਸਲ ਹੈ ਜਾਂ ਫਿਰ ਨਹੀਂ। ਕਰਮਜੀਤ ਨੇ ਇਸ ਫੈਸਲੇ ਦੇ ਜੁਡੀਸ਼ੀਅਲ ਰਿਵਿਊ ਦੀ ਮੰਗ ਕੀਤੀ ਸੀ, ਪਰ ਫੈਡਰਲ ਕੋਰਟ ਦੀ ਜੱਜ ਵੱਲੋਂ ਇਸ ਨੂੰ ਖਾਰਜ ਕਰ ਦਿੱਤਾ ਗਿਆ ਹੈ ਤੇ ਉਹਨਾਂ ਵੱਲੋਂ ਇਮੀਗ੍ਰੇਸ਼ਨ ਬੋਰਡ ਦੇ ਫੈਸਲੇ ਨੂੰ ਸਹੀ ਦੱਸਿਆ ਗਿਆ। ਜੱਜ ਦਾ ਕਹਿਣਾ ਹੈ ਕਿ ਬਿਨੇਕਾਰ ਨੇ ਇੱਕ ਇਮੀਗ੍ਰੇਸ਼ਨ ਏਜੰਟ ਤੇ ਭਰੋਸਾ ਕੀਤਾ ਤੇ ਉਸ ਨਾਲ ਧੋਖਾ ਹੋ ਗਿਆ।
ਪਰ ਫਿਰ ਵੀ ਇਹ ਸਥਿਤੀ ਬਿਨੇਕਾਰ ਨੂੰ ਗਲਤ ਡਾਕੂਮੈਂਟ ਦਾਖਲ ਕਰਨ ਦੇ ਨਤੀਜਿਆਂ ਤੋਂ ਨਹੀਂ ਬਚਾ ਸਕਦੀ। ਇੱਥੇ ਦੱਸ ਦਈਏ ਕਿ ਕਰਮਜੀਤ ਨਾਲ ਅਜਿਹਾ ਹਾਦਸਾ ਵਾਪਰਿਆ ਸੀ ਜਿੱਥੇ ਉਸੇ ਸਰੀਰ ਦੇ ਸੱਜੇ ਹਿੱਸੇ ਵਿੱਚ ਖੂਨ ਦਾ ਸੰਚਾਰ ਘਟ ਗਿਆ ਤੇ ਉਸਦੀ ਸੱਜੀ ਬਾਂਹ ਤੇ ਲੱਤ ਹਿਲਾਉਣੀ ਮੁਸ਼ਕਿਲ ਸੀ। ਕਰਮਜੀਤ ਕਹਿੰਦੀ ਹੈ ਕਿ ਅਪਾਹਜ ਹੋਣ ਦੇ ਕਰਕੇ ਉਸ ਨਾਲ ਵਿਤਕਰਾ ਹਮੇਸ਼ਾ ਤੋਂ ਹੁੰਦਾ ਰਿਹਾ ਹੈ। ਘਰਦਿਆਂ ਨੇ ਉਸ ਨੂੰ ਵਿਦੇਸ਼ ਭੇਜਣ ਦਾ ਫੈਸਲਾ ਲਿਆ। ਕਰਮਜੀਤ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਕਰਮਜੀਤ ਦੇ ਮਾਤਾ-ਪਿਤਾ ਪੜ੍ਹੇ ਲਿਖੇ ਨਹੀਂ ਹਨ ਅਤੇ ਪਰਿਵਾਰ ਕੋਲ ਕੰਪਿਊਟਰ ਨਹੀਂ ਸੀ ਤੇ ਉਹਨਾਂ ਵੱਲੋਂ ਇਮੀਗ੍ਰੇਸ਼ਨ ਪ੍ਰਕਿਰਿਆ ਦੀ ਬਹੁਤ ਘੱਟ ਜਾਣਕਾਰੀ ਸੀ। ਏਜੰਟ ਦੁਆਰਾ ਸਾਲ 2018 ਵਿੱਚ ਕਰਮਜੀਤ ਨੂੰ ਟੋਰਾਂਟੋ ਦੇ ਸੈਨਿਕਾ ਸਕੂਲ ਤੋਂ ਆਫਰ ਲੈਟਰ ਦਿੱਤਾ ਗਿਆ। ਜਦੋਂ ਕਰਮਜੀਤ ਓਨਟਾਰੀਓ ਪਹੁੰਚੀ ਤਾਂ ਉਸਦੇ ਏਜੰਟ ਨੇ ਉਸ ਨੂੰ ਕਾਲਜ ਵਿੱਚ ਪਲੇਸਮੈਂਟ ਨਾ ਹੋਣ ਕਰਕੇ ਕਿਸੇ ਹੋਰ ਕਾਲਜ ਵਿੱਚ ਦਾਖਲੇ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਕਰਮਜੀਤ ਨੇ ਐਡਮਿੰਟਨ ਦੇ ਕਾਲਜ ਵਿੱਚ ਦਾਖਲਾ ਲੈ ਲਿਆ। ਸਾਲ 2021 ਵਿੱਚ ਕਰਮਜੀਤ PR ਲਈ ਅਪਲਾਈ ਕਰ ਰਹੀ ਸੀ ਤਾਂ ਉਸ ਨੂੰ ਪਤਾ ਚੱਲਿਆ ਕਿ ਉਸ ਦਾ ਐਡਮਿਸ਼ਨ ਲੈਟਰ ਹੀ ਨਕਲੀ ਹੈ। ਸੜਕ ਹਾਦਸਿਆਂ ਵਿੱਚ 300 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਪੁਲਿਸ ਵੱਲੋਂ ਇਸ ਬਾਰੇ ਅੰਕੜੇ ਪੇਸ਼ ਕੀਤੇ ਗਏ। ਅੰਕੜਿਆਂ ਨੇ ਹੈਰਾਨ ਕਰ ਦਿੱਤਾ। ਇਹਨਾਂ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਇੱਕ ਸਾਲ ਵਿੱਚ ਜੋ ਸੜਕ ਹਾਦਸੇ ਹੋਏ ਉਸਨੇ 300 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਪਹਿਲਾਂ ਦੇ ਮੁਕਾਬਲੇ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਵਾਧਾ ਵੀ ਦੱਸਿਆ ਜਾ ਰਿਹਾ ਹੈ। ਸੜਕ ਹਾਦਸਿਆਂ ਵਿੱਚ 350 ਤੋਂ ਵੱਧ ਜਾਨਾਂ ਜਾ ਚੁੱਕੀਆਂ ਨੇ। ਓਨਟਾਰੀਓ ਪੁਲਿਸ ਵੱਲੋਂ ਇਹ ਹੈਰਾਨ ਕਰਨ ਵਾਲਾ ਅੰਕੜਾ ਸਾਂਝਾ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਕਿ ਸਾਲ 2022 ਦੌਰਾਨ ਸੜਕ ਹਾਦਸਿਆਂ ਨੇ 300 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਪੁਲਿਸ ਦੇ ਅੰਕੜੇ ਦੱਸਦੇ ਨੇ ਕਿ ਇਸ ਸਾਲ ਦੌਰਾਨ 359 ਵਾਹਨ ਹਾਦਸੇ ਦਾ ਸ਼ਿਕਾਰ ਹੋਏ ਹਨ। ਇਸ ਤੋਂ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਦੌਰਾਨ 44 ਵੱਧ ਮੌਤਾਂ ਦਰਜ ਕੀਤੀਆਂ ਗਈਆਂ। ਸੜਕ ਹਾਦਸਿਆਂ ਦੇ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਨੇ। ਕੁਝ ਕਾਰਨ ਨੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਤੇ ਕੁਝ ਕਾਰਨ ਹਨ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਹਨ ਚਲਾਉਣਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਅੰਕੜੇ ਜਾਰੀ ਕੀਤੇ ਗਏ ਉਹਨਾਂ ਵਿੱਚ 85 ਅਜਿਹੇ ਲੋਕ ਨੇ ਜਿਨ੍ਹਾਂ ਵੱਲੋਂ ਤੇਜ਼ ਵਾਹਨ ਚਲਾਉਣ ਦੇ ਕਾਰਨ ਆਪਣੀ ਜਾਨ ਗਵਾ ਲਈ ਗਈ ਤੇ 64 ਅਜਿਹੇ ਲੋਕ ਸਨ ਜਿਨ੍ਹਾਂ ਵੱਲੋਂ ਨਸ਼ਾ ਕਰਕੇ ਗੱਡੀ ਚਲਾਈ ਗਈ ਤੇ ਉਹਨਾਂ ਦੀ ਜਾਨ ਚਲੀ ਗਈ। ਓਨਟਾਰੀਓ ਪੁਲਿਸ ਵੱਲੋਂ ਦੱਸਿਆ ਗਿਆ ਕਿ ਸਾਲ 2021 ਦੀ ਤੁਲਨਾ ਵਿੱਚ ਸਾਲ 2022 ਦੌਰਾਨ 13,000 ਤੋਂ ਵੱਧ ਹਾਦਸੇ ਵਾਪਰੇ ਹਨ। ਦੱਸ ਦਈਏ ਕਿ ਪੁਲਿਸ ਵੱਲੋਂ ਸਮੇਂ-ਸਮੇਂ ਤੇ ਇਹੀ ਗੱਲ ਕਹੀ ਜਾਂਦੀ ਹੈ ਕਿ ਜੇਕਰ ਤੁਸੀਂ ਵਾਹਨ ਚਲਾਉਂਦੇ ਹੋ ਤਾਂ ਬਹੁਤ ਧਿਆਨ ਦੇ ਨਾਲ ਚਲਾਇਆ ਜਾਵੇ। ਤੇਜ਼ ਸਪੀਡ ਦੇ ਨਾਲ ਵਾਹਨ ਚਲਾਉਣ ਸੰਬੰਧੀ ਵੀ ਚੇਤਾਵਨੀ ਜਾਰੀ ਕੀਤੀ ਗਈ ਤੇ ਦਾਰੂ ਪੀ ਕੇ ਗੱਡੀ ਚਲਾਉਣ ਤੋਂ ਵੀ ਲਗਾਤਾਰ ਮਨਾ ਕੀਤਾ ਜਾ ਰਿਹਾ ਹੈ। ਪਹਿਲਾਂ ਦੇ ਮੁਕਾਬਲੇ ਜੋ ਇਸ ਵਾਰ ਅੰਕੜੇ ਸਾਹਮਣੇ ਆਏ ਨੇ ਉਹਨਾਂ ਤੋਂ ਪਤਾ ਚੱਲਿਆ ਹੈ ਕਿ ਹਾਦਸੇ ਕਾਰਨ ਮਰਨ ਵਾਲਿਆਂ ਦਾ ਅੰਕੜਾ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਵੱਧ ਦਰਜ ਕੀਤਾ ਗਿਆ। ਹੁਣ ਸਾਲ 2022 ਬਾਰੇ ਅੰਕੜੇ ਜਾਰੀ ਕੀਤੇ ਗਏ ਨੇ ਤੇ ਕੁਝ ਸਮੇਂ ਬਾਅਦ ਸਾਲ 2023 ਦੀ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹੈਲਥ ਕੇਅਰ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ ਗਿਆ। ਪ੍ਰੀਮੀਅਰਸ ਵੱਲੋਂ ਇਸ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿਹਤ ਨੂੰ ਲੈ ਕੇ ਇੱਕ ਪ੍ਰਸਤਾਵ ਲਿਆਂਦਾ ਗਿਆ ਸੀ ਜਿਸ ਨਾਲ ਸੂਬੇ ਅਤੇ ਟੈਰੀਟਰੀਜ਼ ਨੂੰ ਫੰਡਿੰਗ ਦਿੱਤੀ ਜਾਣੀ ਹੈ। ਜੋ ਪ੍ਰਸਤਾਵ ਲਿਆਂਦਾ ਗਿਆ ਉਸ ਨੂੰ ਮਨਜ਼ੂਰ ਕਰ ਲਿਆ ਗਿਆ ਪਰ ਨਾਲ ਹੀ ਪ੍ਰੀਮੀਅਰਸ ਵੱਲੋਂ ਇਸ ਬਾਰੇ ਆਪਣੇ ਹੋਰ ਵਿਚਾਰ ਵੀ ਸਾਂਝੇ ਕਰ ਦਿੱਤੇ ਗਏ ਕਿ ਇਹ ਲੰਬਾ ਸਮਾਂ ਨਹੀਂ ਚੱਲ ਸਕਦਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹੈਲਥ ਕੇਅਰ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਪ੍ਰੀਮੀਅਰਸ ਵੱਲੋਂ ਹੁਣ ਇਸ ਨੂੰ ਲੈ ਕੇ ਮਨਜ਼ੂਰੀ ਦੇ ਦਿੱਤੀ ਗਈ। ਅਗਲੀ 10 ਸਾਲਾਂ ਵਿੱਚ 46.2 ਬਿਲੀਅਨ ਦੇ ਵਾਧੂ ਫੰਡ ਫੈਡਰਲ ਸਰਕਾਰ ਵੱਲੋਂ ਦਿੱਤੇ ਜਾਣਗੇ। ਜੀ ਹਾਂ, ਕੈਨੇਡਾ ਦੇ ਪ੍ਰੀਮੀਅਰਸ ਨੇ ਸੂਬਾਈ ਹੈਲਥ ਕੇਅਰ ਸਿਸਟਮ ਵਿੱਚ ਜੋ ਫੈਡਰਲ ਸਰਕਾਰ ਵੱਲੋਂ ਪ੍ਰਸਤਾਵ ਲਿਆਂਦਾ ਗਿਆ ਉਸ ਨੂੰ ਸਵੀਕਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਹਫ਼ਤੇ ਕੈਨੇਡਾ ਦੇ ਪ੍ਰੀਮੀਅਰਸ ਨਾਲ ਮੁਲਾਕਾਤ ਕੀਤੀ ਤਾਂ ਜੋ 10 ਸਾਲਾਂ ਦੌਰਾਨ ਸੂਬੇ ਅਤੇ ਪ੍ਰਦੇਸ਼ਾਂ ਨੂੰ ਲਗਭਗ 46.2 ਬਿਲੀਅਨ ਡਾਲਰ ਦੀ ਨਵੀਂ ਫੰਡਿੰਗ ਦੇਣ ਦੀ ਯੋਜਨਾ ਤਿਆਰ ਕੀਤੀ ਜਾ ਸਕੇ। ਨਵੀਂ ਫੰਡਿੰਗ ਦਾ ਉਦੇਸ਼ ਦੇਸ਼ ਦੇ ਹੈਲਥ ਕੇਅਰ ਸਿਸਟਮ ਨੂੰ ਦਰੁਸਤ ਕਰਨਾ ਹੈ। ਫੈਡਰਲ ਸਰਕਾਰ ਹੁਣ ਸਮਝੌਤਿਆਂ ਨੂੰ ਅੰਤਮ ਰੂਪ ਦੇਣ ਵਾਸਤੇ ਹਰੇਕ ਸੂਬੇ ਅਤੇ ਪ੍ਰਦੇਸ਼ ਵਾਸਤੇ ਮੀਟਿੰਗਾਂ ਕਰੇਗੀ। ਮੈਨੀਟੋਬਾ ਦੇ ਪ੍ਰੀਮੀਅਰ ਵੱਲੋਂ ਕਿਹਾ ਗਿਆ ਕਿ ਪ੍ਰੀਮੀਅਰ ਫੈਡਰਲ ਸਰਕਾਰ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਦੇ ਫੈਸਲੇ ਵਿੱਚ ਇਕਜੁੱਟ ਨੇ, ਪਰ ਉਹਨਾਂ ਇਹ ਵੀ ਕਿਹਾ ਕਿ ਮੌਜੂਦਾ ਫੰਡਿੰਗ ਲੰਬੇ ਸਮੇਂ ਵਾਸਤੇ ਕੋਈ ਪੱਕਾ ਹੱਲ ਨਹੀਂ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਅਸੀਂ ਇਸ ਨੂੰ ਹੁਣ ਲਈ ਸਵੀਕਾਰ ਕਰ ਲਿਆ ਹੈ। ਅਸੀਂ ਨਹੀਂ ਮੰਨਦੇ ਹਾਂ ਕਿ ਇਹ ਹੈਲਥ ਕੇਅਰ ਫੰਡਿੰਗ ਦਾ ਇੱਕ ਲੰਬਾ ਸਮਾਂ ਹੱਲ ਹੈ ਜਿਸ ਦੀ ਸਾਡੇ ਦੇਸ਼ ਵਿੱਚ ਜ਼ਰੂਰਤ ਹੈ। ਦੱਸ ਦਈਏ ਕਿ ਫੈਡਰਲ ਸਰਕਾਰ ਵੱਲੋਂ ਕੈਨੇਡਾ ਹੈਲਥ ਟ੍ਰਾਂਸਫਰ ਵਿੱਚ ਵਾਧੇ ਦੀ ਸ਼ਰਤ ਇਹ ਹੈ ਕਿ ਸੂਬੇ ਤੇ ਪ੍ਰਦੇਸ਼ਾਂ ਨੂੰ ਨਤੀਜਿਆਂ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਅਤੇ ਪਬਲਿਕ ਹੈਲਥ ਐਮਰਜੈਂਸੀ ਦਾ ਪ੍ਰਬੰਧਨ ਵਿੱਚ ਮਦਦ ਕਰਨ ਵਾਸਤੇ ਹੈਲਥ ਡਾਟਾ ਇਕੱਠਾ ਕਰਨਾ, ਸਾਂਝਾ ਕਰਨਾ ਅਤੇ ਰਿਪੋਰਟ ਕਰਨ ਵਿੱਚ ਸੁਧਾਰ ਕਰਨੇ ਪੈਣਗੇ। ਸੂਬੇ ਅਤੇ ਪ੍ਰੋਵਿੰਸਸ ਦੀਆਂ ਹੈਲਥ ਕੇਅਰ ਜ਼ਰੂਰਤਾਂ ਦੇ ਹਿਸਾਬ ਨਾਲ ਅਗਲੇ 10 ਸਾਲਾਂ ਦੌਰਾਨ ਵਧੇਰੇ ਡਾਲਰ ਦਿੱਤੇ ਜਾਣਗੇ, ਪਰ ਇਹ ਫੰਡਿੰਗ 4
ਖੇਤਰ, ਪਰਿਵਾਰ ਦੀ ਹੈਲਥ ਕੇਅਰ ਤੱਕ ਪਹੁੰਚ, ਹੈਲਥ ਵਰਕਰਾਂ ਅਤੇ ਬੈਕਲੌਗ, ਮੈਂਟਲ ਹੈਲਥ ਤੇ ਸਬਸਟੈਂਸ ਅਬਿਊਜ਼ ਤੇ ਹੈਲਥ ਸਿਸਟਮ ਵੱਲ ਕੇਂਦਰਿਤ ਹੋਣਗੇ। ਇਸ ਸਭ ਦੌਰਾਨ ਪ੍ਰੀਮੀਅਰਸ ਨੂੰ ਹੁਣ ਇੱਕ ਐਕਸ਼ਨ ਪਲਾਨ ਤਿਆਰ ਕਰਨ ਦੀ ਜ਼ਰੂਰਤ ਹੋਵੇਗੀ, ਜਿਸ ਵਿੱਚ ਇਹ ਵੇਰਵੇ ਹੋਣਗੇ ਕਿ ਫੈਡਰਲ ਪੈਸਾ ਕਿਵੇਂ ਖਰਚ ਕੀਤਾ ਜਾਣਾ ਹੈ। ਫੈਡਰਲ ਸਰਕਾਰ ਦੀ ਪ੍ਰਸਤਾਵ ਵਿੱਚ ਕੈਨੇਡਾ ਹੈਲਥ ਟ੍ਰਾਂਸਫਰ ਵਿੱਚ ਅਗਲੇ 5 ਸਾਲਾਂ ਲਈ ਸਾਲਾਨਾ 5% ਵਾਧਾ ਵੀ ਸ਼ਾਮਲ ਹੈ, ਜਿਸ ਤੋਂ ਬਾਅਦ 3% ਸਾਲਾਨਾ ਵਾਧੇ ਦੀ ਵਿਵਸਥਾ ਹੈ। ਕੈਨੇਡਾ ਦੇ ਕੁਝ ਹਿੱਸੇ ਬਰਫੀਲੇ ਤੂਫਾਨ ਕਾਰਨ ਪ੍ਰਭਾਵਿਤ ਹੋਏ ਨੇ, ਜਿੱਥੇ ਜਨਜੀਵਨ ਦੇ ਉੱਪਰ ਇਸ ਦਾ ਅਸਰ ਪਿਆ। ਕੁਝ ਸਕੂਲਾਂ ਨੂੰ ਬੰਦ ਕਰਨਾ ਪਿਆ ਤੇ ਕੁਝ ਸਕੂਲ ਦੇਰੀ ਤੋਂ ਖੁੱਲੇ ਨੇ। ਸਨੋ ਪੈ ਚੁੱਕੀ ਹੈ, ਪਰ ਇਹ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਹੋਰ ਵੀ ਸਨੋ ਪੈ ਸਕਦੀ ਹੈ। ਕੈਨੇਡਾ ਦੇ ਕੁਝ ਹਿੱਸੇ ਜ਼ਬਰਦਸਤ ਬਰਫੀਲੇ ਤੂਫਾਨ ਕਾਰਨ ਪ੍ਰਭਾਵਿਤ ਹੋਏ ਨੇ, ਜਿਸ ਬਾਰੇ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਜੀ ਹਾਂ, ਨਿਊ ਫਾਊਂਡਲੈਂਡ ਅਤੇ ਨੋਵਾ ਸਕੋਸ਼ੀਆ ਦੇ ਕੁਝ ਹਿੱਸਿਆਂ ਵਿੱਚ ਜ਼ਬਰਦਸਤ ਬਰਫੀਲੇ ਤੂਫਾਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਕੁਝ ਉਡਾਨਾਂ ਵੀ ਪ੍ਰਭਾਵਿਤ ਹੋਈਆਂ ਨੇ। ਜੀ ਹਾਂ, ਦੋਵੇਂ ਸੂਬਿਆਂ ਵਿੱਚ 30 ਤੋਂ 45 ਸੈਂਟੀਮੀਟਰ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਗਈ। ਨੋਵਾ ਸਕੋਸ਼ੀਆ ਤੇ ਕੇਪ ਬ੍ਰੈਟਨ ਵਿੱਚ ਬਰਫੀਲੇ ਤੂਫਾਨ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲਿਆ, ਜਿੱਥੇ ਮੰਗਲਵਾਰ ਸਵੇਰੇ 30 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ। ਹੈਲੀਫੈਕਸ ਵਿੱਚ ਲੰਘੀ ਰਾਤ ਘੱਟੋ-ਘੱਟ 15 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ। ਇਸ ਬਾਰੇ ਮੌਸਮ ਵਿਭਾਗ ਨੇ ਕਿਹਾ ਕਿ ਕੇਪ ਬ੍ਰੈਟਨ ਵਿੱਚ ਹੋਰ 5 ਤੋਂ 10 ਸੈਂਟੀਮੀਟਰ ਬਰਫ਼ਬਾਰੀ ਦੀ ਸੰਭਾਵਨਾ ਹੈ। ਕੇਪ ਬ੍ਰੈਟਨ ਦੇ ਸਕੂਲ ਬੰਦ ਰੱਖੇ ਗਏ ਅਤੇ ਬਹੁਤ ਸਾਰੇ ਸਕੂਲ ਤੇ ਵਿਦਿਅਕ ਅਦਾਰਿਆਂ ਦੇ ਦੇਰੀ ਨਾਲ ਖੁੱਲ੍ਹਣ ਦੀ ਯੋਜਨਾ ਬਣਾਈ ਗਈ। ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਸੂਬੇ ਵਿੱਚ ਵੀ ਕਈ ਸਕੂਲਾਂ ਨੂੰ ਬੰਦ ਰੱਖਿਆ ਗਿਆ। ਸੇਂਟ ਜੌਨ ਵਿੱਚ ਪਬਲਿਕ ਟ੍ਰਾਂਸਿਟ ਨੂੰ ਵੀ ਮੁਅੱਤਲ ਕਰਨਾ ਪੈ ਗਿਆ। ਬਰਫੀਲੇ ਤੂਫਾਨ ਕਾਰਨ ਹੈਲੀਫੈਕਸ, ਸੇਂਟ ਜੋਨਸ ਅਤੇ ਸਿਡਨੀ ਵਿੱਚ ਉਡਾਨਾਂ ਦੇਰੀ ਨਾਲ ਚੱਲੀਆਂ। ਚਾਹੇ ਨੋਵਾ ਸਕੋਸ਼ੀਆ ਵਿੱਚ ਤੂਫਾਨ ਦਾ ਅਸਰ ਘੱਟ ਹੈ, ਪਰ ਪੂਰਬੀ ਤੇ ਦੱਖਣੀ ਨਿਊ ਫਾਊਂਡਲੈਂਡ ਦੇ ਵਸਨੀਕਾਂ ਨੂੰ ਬੁੱਧਵਾਰ ਸਵੇਰ ਤੱਕ ਬਰਫੀਲੇ ਤੂਫਾਨ ਨਾਲ ਜੂਝਣਾ ਪਿਆ। ਦੱਸੀਏ ਕਿ ਹਵਾਵਾਂ ਦੀ ਰਫ਼ਤਾਰ ਵੀ 80 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਦੱਸੀ ਗਈ ਤੇ ਤੂਫਾਨ ਦੇ ਖਤਮ ਹੁੰਦਿਆਂ ਤੱਕ ਹਵਾਵਾਂ ਦੀ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਵੀ ਸੰਭਾਵਨਾ ਹੈ। ਦੱਸੀਏ ਕਿ ਰਾਤ ਵੇਲੇ ਨੋਵਾ ਸਕੋਸ਼ੀਆ ਵਿੱਚ ਇੱਕ ਹੋਰ ਮੌਸਮੀ ਪ੍ਰਕਿਰਿਆ ਦੀ ਦਸਤਕ ਦੱਸੀ ਜਾ ਰਹੀ ਹੈ। ਸ਼ਾਮ ਨੂੰ ਸੂਬੇ ਭਰ ਵਿੱਚ ਹਲਕੀ ਕਿਣਮਿਣ ਸ਼ੁਰੂ ਹੋਵੇਗੀ ਤੇ ਵੀਰਵਾਰ ਤੱਕ ਇਹ ਤੇਜ਼ ਮੀਂਹ ਵਿੱਚ ਤਬਦੀਲ ਹੋ ਜਾਵੇਗੀ। ਮੌਸਮ ਵਿਭਾਗ ਵੱਲੋਂ ਲਗਾਤਾਰ ਇਸ ਬਾਰੇ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਵੈਬਸਾਈਟ ਦੇ ਉੱਪਰ ਵੀ ਦੱਸਿਆ ਜਾ ਰਿਹਾ ਹੈ, ਜਿੱਥੇ ਪਤਾ ਚੱਲਿਆ ਹੈ ਕਿ ਇਨ੍ਹਾਂ ਦੋਹਾਂ ਸੂਬਿਆਂ ਵਿੱਚ ਮੌਸਮ ਕਾਰਨ ਜਨਜੀਵਨ ਕਿਸ ਤਰ੍ਹਾਂ ਪ੍ਰਭਾਵਿਤ ਹੋਇਆ ਤੇ ਅੱਗੇ ਵੀ ਹੋਰ ਸਨੋ ਪੈਣ ਦੀ ਸੰਭਾਵਨਾ ਇਨਵਾਇਰਨਮੈਂਟ ਕੈਨੇਡਾ ਵੱਲੋਂ ਜਤਾਈ ਜਾ ਰਹੀ ਹੈ, ਜਿਸ ਬਾਰੇ ਉਨ੍ਹਾਂ ਵੱਲੋਂ ਦੱਸਿਆ ਗਿਆ। ਸੜਕ ਹਾਦਸੇ ਵਿੱਚ ਇੱਕ 19 ਸਾਲਾ ਲੜਕੇ ਦੀ ਜਾਨ ਚਲੀ ਗਈ। ਇਹ ਲੜਕਾ ਵਾਹਨ ਚਲਾ ਰਿਹਾ ਸੀ। ਸਿੰਗਲ ਵਹੀਕਲ ਕ੍ਰੈਸ਼ ਦੇ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ। ਫਿਲਹਾਲ ਪੀੜਤ ਦੀ ਪਹਿਚਾਣ ਨਹੀਂ ਦੱਸੀ ਗਈ। ਹੈਮਿਲਟਨ ਵਿੱਚ ਹਾਦਸਾ ਵਾਪਰਿਆ, ਜਿਸ ਦੌਰਾਨ 19 ਸਾਲਾ ਲੜਕੇ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਾਹਨ ਹੀ ਹਾਦਸੇ ਦਾ ਸ਼ਿਕਾਰ ਹੋਇਆ। ਪੁਲਿਸ ਅਧਿਕਾਰੀ ਇਸ ਬਾਰੇ ਵਧੇਰੇ ਜਾਂਚ ਪੜਤਾਲ ਕਰ ਰਹੇ ਨੇ ਤੇ ਹੁਣ ਉਨ੍ਹਾਂ ਵੱਲੋਂ ਇਸ ਬਾਰੇ ਅਪਡੇਟ ਜਾਰੀ ਕੀਤੀ ਗਈ। ਜੀ ਹਾਂ, ਦੱਸਿਆ ਜਾ ਰਿਹਾ ਹੈ ਕਿ ਹੈਮਿਲਟਨ ਵਿੱਚ ਇੱਕ ਸਿੰਗਲ ਵਾਹਨ ਹਾਦਸੇ ਦਾ ਸ਼ਿਕਾਰ ਹੋਇਆ। ਇਸ ਦੌਰਾਨ 19 ਸਾਲਾ ਲੜਕਾ ਵਾਹਨ ਚਲਾ ਰਿਹਾ ਸੀ, ਜਿਸ ਦੀ ਮੌਤ ਹੋ ਚੁੱਕੀ ਹੈ। ਘਟਨਾ 3:30 ਦੇ ਕਰੀਬ ਸਵੇਰ ਵੇਲੇ ਵਰਲਿੰਗਟਨ ਦੇ ਇੰਡਸਟਰੀਅਲ ਏਰੀਆ ਵਿੱਚ ਵਾਪਰੀ। ਹੈਮਿਲਟਨ ਪੁਲਿਸ ਵੱਲੋਂ ਇਸ ਬਾਰੇ ਲਗਾਤਾਰ ਟਵਿੱਟਰ ਦੇ ਉੱਪਰ ਵੀ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਹੈਮਿਲਟਨ ਪੁਲਿਸ ਸਰਵਿਸ ਦਾ ਕਹਿਣਾ ਹੈ ਕਿ ਐਮਰਜੈਂਸੀ ਰਿਸਪੌਂਡਰਸ ਵੱਲੋਂ ਮੌਕੇ ਵਾਲੀ ਥਾਂ ਦੇ ਉੱਪਰ ਪੀੜਤ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਘਟਨਾ ਵਾਲੀ ਥਾਂ ਦੇ ਉੱਪਰ ਹੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਹੁਣ ਪੁਲਿਸ ਅਧਿਕਾਰੀ ਇਸ ਸੰਬੰਧੀ ਵਧੇਰੇ ਜਾਂਚ ਪੜਤਾਲ ਕਰ ਰਹੇ ਨੇ, ਜਿਸ ਤੋਂ ਬਾਅਦ ਪਤਾ ਲਗਾਇਆ ਜਾਵੇਗਾ ਕਿ ਹਾਦਸਾ ਕਿਹੜੇ ਕਾਰਨ ਵਾਪਰਿਆ। ਫਿਲਹਾਲ ਪੀੜਤ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ 905 546 4753 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 1800 222 8477 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇਸ ਸੰਬੰਧੀ ਵਧੇਰੇ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਦਿੱਤੀ ਜਾਵੇਗੀ। ਹਾਈਵੇ ਤੇ ਵੱਡਾ ਹਾਦਸਾ ਵਾਪਰਿਆ। ਹਾਦਸੇ ਕਾਰਨ 3 ਜਾਣੇ ਪ੍ਰਭਾਵਿਤ ਹੋਏ ਨੇ। ਪੁਲਿਸ ਅਧਿਕਾਰੀ ਹਾਦਸੇ ਦੇ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਵੱਲੋਂ ਅਜੇ ਕੋਈ ਬਹੁਤੀ ਅਪਡੇਟ ਜਾਰੀ ਨਹੀਂ ਕੀਤੀ ਗਈ। ਪੀੜਤਾਂ ਦੀ ਪਹਿਚਾਣ ਵੀ ਨਹੀਂ ਦੱਸੀ ਗਈ। ਟੋਰਾਂਟੋ ਦੇ ਹਾਈਵੇ ਉੱਪਰ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਕਈ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਮਾਮਲਾ ਇਟੋਬੀਕੋ ਤੋਂ ਸਾਹਮਣੇ ਆਇਆ, ਜਿੱਥੇ ਕਈ ਵਾਹਨ ਹਾਦਸੇ ਦਾ ਸ਼ਿਕਾਰ ਹੋਏ। ਇਸ ਦੌਰਾਨ 3 ਜਾਣਿਆਂ ਦੀ ਜਾਨ ਚਲੀ ਗਈ। ਟੋਰਾਂਟੋ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਕਿ ਇਹ ਘਟਨਾ ਹਾਈਵੇ 427 ਤੇ 11:30 ਦੇ ਕਰੀਬ ਸਾਹਮਣੇ ਆਈ ਹੈ। ਟੋਰਾਂਟੋ ਪੁਲਿਸ ਦੇ ਦੱਸਣ ਮੁਤਾਬਕ ਇੱਥੇ ਕਈ ਵਾਹਨ ਹਾਦਸੇ ਦਾ ਸ਼ਿਕਾਰ ਹੋਏ। ਇਨ੍ਹਾਂ ਵਿੱਚੋਂ ਇੱਕ ਵਾਹਨ ਪਲਟ ਗਿਆ, ਜਿਸ ਤੋਂ ਬਾਅਦ ਉਹ ਅੱਗ ਦੀ ਲਪੇਟ ਵਿੱਚ ਆ ਗਿਆ।
ਟੋਰਾਂਟੋ ਪੈਰਾਮੈਡਿਕਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ 4 ਮਰੀਜ਼ਾਂ ਦਾ ਇਲਾਜ ਕੀਤਾ ਗਿਆ, 2 ਨੂੰ ਲੋਕਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ 2 ਦੀ ਮੌਤ ਹੋਣ ਦੇ ਬਾਰੇ ਵੀ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਹ ਮੌਤ ਮੌਕੇ ਵਾਲੀ ਥਾਂ ਦੇ ਉੱਪਰ ਹੀ ਹੋਈ ਦੱਸੀ ਗਈ ਹੈ। ਫਿਲਹਾਲ ਅਧਿਕਾਰੀਆਂ ਵੱਲੋਂ ਅਜੇ ਪੀੜਤਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਉਹਨਾਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਵੀ ਸਪਸ਼ਟ ਨਹੀਂ ਦੱਸਿਆ ਗਿਆ ਕਿ ਕਿੰਨੇ ਵਾਹਨ ਹਾਦਸੇ ਦਾ ਸ਼ਿਕਾਰ ਹੋਏ ਨੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗੇ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਉਹਨਾਂ ਵੱਲੋਂ ਬਾਕੀ ਅਪਡੇਟ ਜਾਰੀ ਕੀਤੀ ਜਾਵੇਗੀ। 3 people are dead. 1 person remains in critical condition after a crash. Highway 427 southbound ramp to Dundas last night around 11:30, which is being described by the collision reconstructionists as extreme high rates of speed. The vehicle traveling southbound Highway 427 with 4 occupants in the vehicle left the ramp, went over the concrete wall into the ditch where it was then vaulted into a concrete wall of Dundas Street. It was redirected back across the wall onto the ramp where it began to be consumed by fire. The fire department were on scene, were able to extricate all 4 occupants from that vehicle before being consumed by fire. The 2 rear seat passengers were pronounced deceased at the scene. The front female passenger was transported to a trauma center where she was later pronounced deceased. The driver, male, remains in hospital right now with critical injuries. Obviously, we're very concerned about the manner and description of this crash. Very violent collision that took place. Anyone with information, any witnesses are asked to call the Toronto OPP 416-235-4981. The ramp has since reopened. Traffic is moving through that area at this time. Investigation is ongoing and I'll provide more information as they become available. 7 ਵਾਹਨ ਹਾਦਸੇ ਦਾ ਸ਼ਿਕਾਰ ਹੋਏ ਨੇ। ਪੁਲਿਸ ਜਾਂਚ ਕਰ ਰਹੀ ਹੈ। ਅਜੇ ਇਹ ਨਹੀਂ ਸਪਸ਼ਟ ਕੀਤਾ ਗਿਆ ਕਿ ਇਸ ਦੌਰਾਨ ਕੋਈ ਜ਼ਖਮੀ ਹੋਇਆ ਜਾਂ ਫਿਰ ਨਹੀਂ। ਪੁਲਿਸ ਦਾ ਕਹਿਣਾ ਹੈ ਕਿ ਇਸ ਰਸਤੇ ਤੇ ਆਉਣ ਤੋਂ ਪਰਹੇਜ਼ ਕੀਤਾ ਜਾਵੇ, ਜਿਸ ਦੀ ਅਪਡੇਟ ਉਹ ਟਵਿੱਟਰ ਦੇ ਉੱਪਰ ਦੇ ਰਹੇ ਨੇ। ਵੱਡਾ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ 7 ਵਾਹਨ ਸ਼ਾਮਿਲ ਪਾਏ ਗਏ ਨੇ। ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਮੌਜੂਦਾ ਸਮੇਂ ਇਸ ਘਟਨਾ ਦੇ ਨਾਲ ਜੁੜੀ ਕਿਹੜੀ ਅਪਡੇਟ ਸਾਹਮਣੇ ਆ ਚੁੱਕੀ ਹੈ। ਦਰਅਸਲ ਡੌਨ ਵੈਲੀ ਪਾਰਕਵੇ ਵਿੱਚ ਇੱਕ ਘਟਨਾ ਵਾਪਰੀ ਜਿੱਥੇ 7 ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ। ਮੌਕੇ ਵਾਲੀ ਥਾਂ ਦੇ ਉੱਪਰ ਕ੍ਰਿਊ ਪਹੁੰਚਿਆ ਹੋਇਆ ਸੀ, ਜਿਨ੍ਹਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਘਟਨਾ 7:40 ਦੇ ਕਰੀਬ ਸਵੇਰ ਵੇਲੇ ਸਾਹਮਣੇ ਆਈ। ਪੁਲਿਸ ਅਧਿਕਾਰੀਆਂ ਵੱਲੋਂ ਅਜੇ ਬਹੁਤ ਘੱਟ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਹਾਦਸੇ ਵਿੱਚ 7 ਵਾਹਨ ਸ਼ਾਮਲ ਸਨ। ਇਸ ਦੌਰਾਨ ਕੌਣ ਜ਼ਖਮੀ ਹੋਇਆ, ਕਿੰਨੇ ਜ਼ਖਮੀ ਹੋਏ ਨੇ, ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਟੋਰਾਂਟੋ ਪੁਲਿਸ ਵੱਲੋਂ ਲਗਾਤਾਰ ਇਸ ਬਾਰੇ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਮੌਜੂਦਾ ਸਮੇਂ ਘਟਨਾ ਵਾਲੀ ਥਾਂ ਨੂੰ ਬੰਦ ਰੱਖਿਆ ਗਿਆ ਤੇ ਇੱਥੇ ਆਉਣ ਤੋਂ ਪਰਹੇਜ਼ ਕੀਤਾ ਜਾਵੇ। ਫਿਲਹਾਲ ਮਾਮਲੇ ਸੰਬੰਧੀ ਵਧੇਰੇ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਅਸਮਾਨ ਦੇ ਵਿੱਚ ਸ਼ੱਕੀ ਗੁਬਾਰਾ ਨਜ਼ਰ ਆਇਆ, ਜਿਸ ਨੂੰ ਹੇਠਾਂ ਸੁੱਟ ਦਿੱਤਾ ਗਿਆ। ਇਸ ਬਾਰੇ ਪਬਲਿਕ ਸੇਫਟੀ ਮੰਤਰੀ ਦਾ ਵੀ ਬਿਆਨ ਸਾਹਮਣੇ ਆਇਆ। ਮਾਰਕੋ ਮੈਡੀਚੀਨੋ ਵੱਲੋਂ ਇਸ ਬਾਰੇ ਆਪਣਾ ਪੱਖ ਰੱਖਿਆ ਗਿਆ। ਅਸਮਾਨ ਵਿੱਚ ਜੋ ਸ਼ੱਕੀ ਗੁਬਾਰੇ ਉੱਡ ਰਹੇ ਸਨ, ਉਹਨਾਂ ਬਾਰੇ ਹੁਣ ਮੰਤਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ। ਦੱਸੀਏ ਕਿ ਕੈਨੇਡਾ ਬਾਰਡਰ ਦੇ ਨੇੜੇ ਅਸਮਾਨ ਵਿੱਚ ਸ਼ੱਕੀ ਗੁਬਾਰਾ ਉੱਡਦਾ ਦੇਖਿਆ ਗਿਆ, ਜਿਸ ਨੂੰ ਹੇਠਾਂ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਮੈਂਬਰ ਪਾਰਲੀਮੈਂਟ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ। ਪਾਰਲੀਮੈਂਟ ਹਿਲ ਵਿੱਚ ਜਦੋਂ ਪੱਤਰਕਾਰਾਂ ਵੱਲੋਂ ਇਸ ਤਰ੍ਹਾਂ ਦੇ ਸਵਾਲ ਪੁੱਛੇ ਗਏ ਤਾਂ ਇਸ ਦਾ ਜਵਾਬ ਪਬਲਿਕ ਸੇਫਟੀ ਮੰਤਰੀ ਵੱਲੋਂ ਵੀ ਦਿੱਤਾ ਗਿਆ। ਕੀ ਕਹਿਣਾ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Well, over the past week, we have taken swift and decisive action to deal with a number of events that have occurred in Canadian airspace. The Prime Minister, after discussing the matter with the President of the United States, ordered the takedown of an object, and we have seen NORAD spring into action along with Canadian armed forces and American armed forces working seamlessly together. I want to emphasize that no matter what the threat, that we will do whatever is necessary to protect Canadian airspace and sovereignty. We are continuing to conduct recovery operations that are being coordinated out of Public Safety Canada with the support of the RCMP, the Canadian Forces and the Coast Guard, and my colleague, Minister Murray, will have a few words to say about that, and we will continue to be vigilant, again, no matter what the threat. So the Canadian Coast Guard is ready and available to do its part. We have a vessel, the Griffin, that is headed towards the key search area in Lake Huron. On board are a drone and a drone operator, as well as RCMP, and we are coordinating closely with the U.S. Coast Guard
So we're looking to find the debris from this object so it can be analyzed, and our ship, the Griffin, should be in the area within about an hour. Over the course of last weekend, Minister Vandell and I had a very good conversation with Premier Pillai to ensure that he had the most recent and up-to-date information about the recovery steps that are being taken in Yukon. Right now, there is a recovery operation that is being, again, conducted by the RCMP and the Canadian Forces under the coordination of Public Safety Canada in a location between Mayo and Dawson. It is in a stretch of terrain that is extremely challenging and difficult to access, which is why it needs to be carried out with a lot of care and attention to detail and forensics. And so as there are more questions, we will provide information as they become available. ਬਾਰਡਰ ਦੇ ਹਾਲਾਤਾਂ ਬਾਰੇ ਚਰਚਾ ਹੋਈ ਹੈ। ਦਰਅਸਲ ਕੈਨੇਡਾ ਬਾਰਡਰ ਦੇ ਨੇੜੇ 에ਅਰ ਸਪੇਸ ਦੇ ਵਿੱਚ ਇੱਕ ਸ਼ੱਕੀ ਗੁਬਾਰਾ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹੇਠਾਂ ਸੁੱਟ ਦਿੱਤਾ ਗਿਆ। ਪਰ ਦੋਹਾਂ ਪਾਸਿਆਂ ਦੇ ਜਾਣੀ ਕਿ ਕੈਨੇਡਾ ਤੇ ਅਮਰੀਕਾ ਦੇ ਰਿਪਰੈਜ਼ੈਂਟੇਟਿਵਸ ਵੱਲੋਂ ਇਸ ਬਾਰੇ ਅਪਡੇਟ ਜਾਰੀ ਕੀਤੀ ਗਈ। ਕੈਨੇਡਾ ਅਤੇ ਅਮਰੀਕਾ ਵੱਲੋਂ ਬਾਰਡਰ ਦੀ ਸਥਿਤੀ ਬਾਰੇ ਗੱਲਬਾਤ ਕੀਤੀ ਗਈ ਹੈ। ਅਸਮਾਨ ਦੇ ਵਿੱਚ ਜੋ ਸ਼ੱਕੀ ਗੁਬਾਰਾ ਨਜ਼ਰ ਆਇਆ, ਉਸ ਤੋਂ ਬਾਅਦ ਦੋਹਾਂ ਪਾਸਿਆਂ ਦੇ ਰਿਪਰੈਜ਼ੈਂਟੇਟਿਵਸ ਆਪਸ ਵਿੱਚ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ, ਉਹ ਤੁਹਾਨੂੰ ਸੁਣਾਉਂਦੇ ਹਾਂ। In 2022, as we celebrated 50 years of progress toward Great Lakes restoration, we also celebrated the strong bilateral relations our two nations enjoy. But now is the time for us to recommit to these tasks. Today, as part of a binational freshwater summit, we are again working to leverage our strong relationships for the betterment of the Great Lakes. But this can only be done if we also do what we can do together. Together to better the Great Lakes, domestically, but as well the contribution that we give binationally and, quite frankly, internationally. As Prime Minister Turner once said, think locally, but act globally. This must be done, and it is rooted by partnerships, by working together. In the spirit of partnership and binationalism, I am particularly thrilled to be joined here today by two members of the U.S. House of Representatives. Firstly, Congresswoman Debbie Dingell of southeastern Michigan, whose district is in the Lake Erie Basin. And I'm also pleased to present a video message from Representative Mike Gallagher of Wisconsin. Both of these representatives work each and every day to advance the health and sustainability of the Great Lakes. And I am here to urge that Canada join them in their partnership. Quite frankly, in our partnership. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀਆਂ ਦਾ ਖੁੱਲ੍ਹਾ ਰਾਹ, ਹੁਣ ਮਿਲ ਰਹੀਆਂ ਨੇ ਵੱਧ ਨੌਕਰੀਆਂ। ਪੰਜਾਬਣ ਨਾਲ ਵੱਡਾ ਧੋਖਾ, ਛੱਡਣਾ ਪਵੇਗਾ ਕੈਨੇਡਾ, ਜਾਅਲੀ ਐਡਮਿਸ਼ਨ ਲੈਟਰ ਦੇਣ ਦਾ ਹੈ ਮਾਮਲਾ। ਸੜਕ ਹਾਦਸੇ ਕਾਰਨ ਗਈਆਂ 300 ਤੋਂ ਵੱਧ ਜਾਨਾਂ, ਪਹਿਲਾਂ ਦੇ ਮੁਕਾਬਲੇ ਵੱਧ ਰਹੇ ਨੇ ਸੜਕ ਹਾਦਸੇ। ਟਰੂਡੋ ਦਾ ਹੈਲਥ ਕੇਅਰ ਪ੍ਰਸਤਾਵ ਹੋਇਆ ਮਨਜ਼ੂਰ, 46.2 ਬਿਲੀਅਨ ਦੇ ਵਾਧੂ ਫੰਡ ਦੇਵੇਗੀ ਫੈਡਰਲ ਸਰਕਾਰ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।